Hello students, myself Dr. Amit Juneja, lecturer economics, Shahid Balwinder Singh, Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਇਸ ਲੈਕਚਰ ਦੇ ਵਿੱਚ ਤੇ ਆਪਾਂ ਜੋ ਟੌਪਿਕ ਕਰ ਰਹੇ ਸੀ ਉਹ ਕਰ ਰਹੇ ਸੀ ਕਿ ਵੱਧ ਮੰਗ ਤੇ ਘੱਟ ਮੰਗ ਨੂੰ ਠੀਕ ਕਰਨ ਵਾਸਤੇ ਆਪਾਂ ਰਾਜਕੋਸ਼ੀ ਨੀਤੀ ਤੇ ਮੌਦਰਿਕ ਨੀਤੀ ਦੀ ਵਰਤੋਂ ਜਿਹੜੀ ਹੈ ਉਹ ਕਿਵੇਂ ਕਰ ਸਕਦੇ ਹਾਂ। ਤਾਂ ਆਪਾਂ ਸਭ ਤੋਂ ਪਹਿਲਾਂ ਘੱਟ ਮੰਗ ਤੇ ਵੱਧ ਮੰਗ ਨੂੰ ਠੀਕ ਕਰਨ ਵਾਸਤੇ ਆਪਾਂ ਰਾਜਕੋਸ਼ੀ ਨੀਤੀ ਦੀ ਵਰਤੋਂ ਸਿੱਖੀ। ਫਿਰ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਗੱਲ ਕੀਤੀ ਕਿ ਮੌਦਰਿਕ ਨੀਤੀ ਜਿਹੜੀ ਹੈ ਉਹ ਕੀ ਚੀਜ਼ ਹੁੰਦੀ ਹੈ ਤੇ ਆਪਾਂ ਘੱਟ ਮੰਗ ਤੇ ਵੱਧ ਮੰਗ ਨੂੰ ਠੀਕ ਕਰਨ ਵਾਸਤੇ ਮੌਦਰਿਕ ਨੀਤੀ ਦੇ ਕੁਝ ਉਪਕਰਨ ਜਿਹੜੇ ਨੇ ਉਹ ਵੀ ਆਪਾਂ ਪੜ੍ਹੇ, ਜਿੰਦੇ ਵਿੱਚੋਂ ਆਪਾਂ ਜਿਹੜਾ ਹੈ ਉਹ ਬੈਂਕ ਦਰ ਪੜ੍ਹ ਚੁੱਕੇ ਹਾਂ ਕਿ ਜੇਕਰ ਮੰਗ ਘੱਟ ਹੈ ਜਾਂ ਮੰਗ ਵੱਧ ਹੈ ਤਾਂ ਆਪਾਂ ਬੈਂਕ ਦਰ ਨੂੰ ਜਿਹੜਾ ਹੈ ਉਹ ਕਿਵੇਂ ਯੂਜ਼ ਕਰ ਸਕਦੇ ਹਾਂ। ਨਕਦ ਨਿਧੀ ਅਨੁਪਾਤ ਜਿਹੜਾ ਹੈ ਉਹਨੂੰ ਘੱਟ ਮੰਗ ਤੇ ਵੱਧ ਮੰਗ ਦੀ ਹਾਲਤ ਦੇ ਵਿੱਚ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ। ਤਰਲਤਾ ਅਨੁਪਾਤ ਜਿਹੜਾ ਹੈ ਉਹਨੂੰ ਘੱਟ ਮੰਗ ਤੇ ਵੱਧ ਮੰਗ ਦੇ ਵਿੱਚ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਇਹ ਦੇਖਿਆ ਕਿ ਬੈਂਕ ਦਰ ਜਿਹੜੀ ਹੈ ਉਹ ਕਿਹੜੀ ਦਰ ਹੁੰਦੀ ਹੈ ਜਿੰਦੇ ਤੇ ਇੱਕ ਦੇਸ਼ ਦਾ ਕੇਂਦਰੀ ਬੈਂਕ ਜਿਹੜਾ ਹੈ ਉਹ ਵਪਾਰਕ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਤਾਂ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਇਸ ਟਾਈਮ ਤਾਂ ਜਿਹੜੀ ਬੈਂਕ ਦਰ ਹੈ ਉਹ ਚੱਲ ਰਹੀ ਹੈ 4.65%। मतलब अगर किसी बैंक ने केंद्रीय बैंक दे कोलों कर्जा लेना है तो ਉਹਨੂੰ 4.65% ਤੇ ਕਰਜ਼ਾ ਜਿਹੜਾ ਹੈ ਉਹ ਮਿਲੇਗਾ। ਤਾਂ ਹੁਣ ਕੀ ਹੋਏਗਾ ਵੀ ਅਗਰ ਤਾਂ ਮਹਿੰਗਾਈ ਹੈ ਯਾਨੀ ਕਿ ਮੰਗ ਜ਼ਿਆਦਾ ਹੈ ਤਾਂ ਆਪਣਾ ਕੰਮ ਕੀ ਹੈ ਮੰਗ ਨੂੰ ਘੱਟ ਕਰਨਾ। ਤਾਂ ਉਹਦੇ ਵਾਸਤੇ ਜਿਹੜਾ ਕੇਂਦਰੀ ਬੈਂਕ ਹੈ ਉਹ ਕੀ ਕਰੇਗਾ ਬੈਂਕ ਦਰ ਨੂੰ ਵਧਾ ਦੇਗਾ। ਯਾਨੀ ਜਿਹੜੇ ਵਪਾਰਕ ਬੈਂਕ ਨੇ ਉਹਨਾਂ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਏਗਾ। ਕੀ ਹੋਏਗਾ ਅਗਰ ਉਹਨਾਂ ਨੂੰ ਕਰਜ਼ਾ ਪਹਿਲਾਂ ਨਾਲੋਂ ਮਹਿੰਗਾ ਮਿਲੇਗਾ ਤਾਂ ਅੱਗੇਗਾ ਤੁਹਾਨੂੰ ਵੀ ਕਰਜ਼ਾ ਮਹਿੰਗਾ ਹੀ ਦੇਣਗੇ। ਤਾਂ ਆਮ ਬੰਦੇ ਵਾਸਤੇ ਬੈਂਕ ਤੋਂ ਲੋਨ ਲੈਣਾ ਮਹਿੰਗਾ ਹੋ ਜਾਏਗਾ। ਮਹਿੰਗਾ ਹੋਏਗਾ ਤਾਂ ਉਹ ਘੱਟ ਲੋਨ ਲਏਗਾ, ਪੈਸਾ ਘੱਟ ਹੋਏਗਾ, ਮੰਗ ਘੱਟ ਕਰੇਗਾ ਤਾਂ ਵੱਧ ਮੰਗ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਜਾਏਗੀ। ਉਲਟਾ ਵੀ ਕੀਤਾ ਜਾ ਸਕਦਾ ਹੈ, ਜਦੋਂ ਮੰਗ ਘੱਟ ਹੋਵੇ ਤਾਂ ਕਰਜ਼ੇ ਜ਼ਿਆਦਾ ਦੇਣੇ ਨੇ ਤਾਂ ਬੈਂਕ ਦਰ ਨੂੰ ਕੀ ਕੀਤਾ ਜਾਏਗਾ ਘਟਾ ਦਿੱਤਾ ਜਾਏਗਾ। ਬੈਂਕ ਦਰ ਦੇ ਘਟਣ ਨਾਲ ਜਿਹੜੇ ਵਪਾਰਕ ਬੈਂਕ ਨੇ ਉਹਨਾਂ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ ਸਸਤਾ ਹੋ ਜਾਏਗਾ ਤਾਂ ਅੱਗੇ ਵੀ ਕਰਜ਼ਾ ਸਸਤਾ ਦੇਣਗੇ ਤਾਂ ਲੋਕਾਂ ਵਾਸਤੇ ਬੈਂਕ ਤੋਂ ਕਰਜ਼ਾ ਲੈਣਾ ਸਸਤਾ ਹੋ ਜਾਏਗਾ, ਜਿਸ ਕਰਕੇ ਉਹ ਜ਼ਿਆਦਾ ਕਰਜ਼ਾ ਲੈਣਗੇ, ਪੈਸਾ ਉਹਨਾਂ ਕੋਲ ਜ਼ਿਆਦਾ ਹੋਏਗਾ, ਮੰਗ ਜਿਹੜੀ ਹੈ ਜ਼ਿਆਦਾ ਹੋਏਗੀ ਤਾਂ ਜਿਹੜੀ ਘੱਟ ਮੰਗ ਦੀ ਸਮੱਸਿਆ ਹੈ ਉਹ ਹੱਲ ਹੋ ਜਾਏਗੀ। ਨਗਦ ਨਿਧੀ ਅਨੁਪਾਤ ਇਹ ਉਹ ਪੈਸੇ ਨੇ ਜੋ ਇੱਕ ਬੈਂਕ ਨੂੰ ਕੇਂਦਰੀ ਬੈਂਕ ਦੇ ਕੋਲ ਰੱਖਣੇ ਪੈਂਦੇ ਨੇ, ਮਤਲਬ ਇਹ ਉਹ ਪੈਸੇ ਨੇ ਜਿਨ੍ਹਾਂ ਦਾ ਉਹ ਕਰਜ਼ਾ ਨਹੀਂ ਦੇ ਸਕਦਾ। ਤਾਂ ਜੇ ਤਾਂ ਕਰਜ਼ੇ ਜ਼ਿਆਦਾ ਦੇਣੇ ਹੋਣਗੇ ਤਾਂ ਨਗਦ ਨਿਧੀ ਅਨੁਪਾਤ ਨੂੰ ਘਟਾ ਦਿੱਤਾ ਜਾਏਗਾ। ਮਤਲਬ ਜਿਹੜੇ ਬੈਂਕ ਨੇ ਉਹਨਾਂ ਨੂੰ ਇਹ ਕਿਹਾ ਜਾਏਗਾ ਵੀ ਹੁਣ ਤੁਹਾਨੂੰ ਕੇਂਦਰੀ ਬੈਂਕ ਕੋਲ ਜ਼ਿਆਦਾ ਪੈਸੇ ਰੱਖਣ ਦੀ ਲੋੜ ਨਹੀਂ ਹੈਗੀ, ਤੁਸੀਂ ਪੈਸਾ ਦੇ ਕੋਲ ਰੱਖੋ, ਲੋਕਾਂ ਨੂੰ ਕਰਜ਼ਾ ਦਿਓ। ਕੀ ਹੋਏਗਾ ਘੱਟ ਮੰਗ ਦੀ ਸਮੱਸਿਆ हल हो जाएगी। पर अगर महंगाई है या मांग ज्यादा है तो केंद्रीय बैंक ऑर्डर पास कर देगा ताकि ਜਿਹੜੇ बैंक ने वो ਉਹਦੇ ਕੋਲ ज्यादा पैसा रखन, नगद निधि अनुपात ਜਿਹੜਾ ਇਹਨੂੰ ਵਧਾ ਦਿੱਤਾ ਜਾਏਗਾ। ਜਿਹੜੇ बैंक ਨੇ ਉਹਨਾਂ ਨੂੰ ਜ਼ਿਆਦਾ ਪੈਸਾ ਕੇਂਦਰੀ बैंक ਕੋਲ ਰੱਖਣਾ ਪਏਗਾ, ਉਹਨਾਂ ਕੋਲ ਆਧੇ ਕੋਲ ਪੈਸਾ ਘੱਟ ਬਚੇਗਾ, ਜਿਸ ਕਰਕੇ ਉਹ ਲੋਨ ਜਿਹੜਾ ਹੈ ਉਹ ਘੱਟ ਦੇ ਪਾਣਗੇ। ਤਰਲਤਾ ਅਨੁਪਾਤ ਕੀ ਹੈ ਇਹ ਉਹ ਪੈਸੇ ਨੇ ਜੋ ਇੱਕ ਬੈਂਕ ਨੂੰ ਆਪਦੇ ਕੋਲ ਰੱਖਣੇ ਪੈਂਦੇ ਨੇ, ਨਗਦ ਰੂਪ ਦੇ ਵਿੱਚ, ਸੋਨੇ ਦੇ ਵਿੱਚ, ਜਿਹੜੀਆਂ ਸਰਕਾਰੀ ਪ੍ਰਤੀਭੂਤੀਆਂ ਨੇ ਉਹਦੇ ਰੂਪ ਦੇ ਵਿੱਚ, ਇਹ ਆਪਦੇ ਕੋਲ ਉਹਨੂੰ ਰੱਖਣੇ ਪੈਂਦੇ ਨੇ ਜੋ ਪੈਸੇ ਉਹ ਕਿਸੇ ਨੂੰ ਕਰਜ਼ਾ ਨਹੀਂ ਦੇ ਸਕਦਾ। ਜੇ ਤਾਂ ਮੰਗ ਜ਼ਿਆਦਾ ਹੈ ਤਾਂ ਤਰਲਤਾ ਅਨੁਪਾਤ ਨੂੰ ਵਧਾ ਦਿੱਤਾ ਜਾਏਗਾ। ਮਤਲਬ ਬੈਂਕਾਂ ਨੂੰ ਕਿਹਾ ਜਾਏਗਾ ਵੀ ਤੁਸੀਂ ਆਪਦੇ ਕੋਲ ਪੈਸੇ ਜਿਹੜੇ ਨੇ ਉਹ ਜ਼ਿਆਦਾ ਰੱਖਣੇ ਹੈ, ਜੇ ਆਪਦੇ ਕੋਲ ਪੈਸੇ ਜ਼ਿਆਦਾ ਰੱਖਣਗੇ ਤਾਂ ਕਰਜ਼ਾ ਜਿਹੜਾ ਉਹ ਘੱਟ ਦੇਣਗੇ। ਜੇਕਰ ਮੰਗ ਘੱਟ ਹੈ ਤਾਂ ਫਿਰ ਕੀ ਹੋਏਗਾ ਤਰਲਤਾ ਅਨੁਪਾਤ ਜਿਹੜਾ ਇਹਨੂੰ ਘਟਾ ਦਿੱਤਾ ਜਾਏਗਾ। ਮਤਲਬ ਬੈਂਕਾਂ ਨੂੰ ਕਹਿ ਦਿੱਤਾ ਜਾਏਗਾ ਕਿ ਤੁਹਾਨੂੰ ਆਪਦੇ ਕੋਲ ਘੱਟ ਪੈਸੇ ਰੱਖਣ ਦੀ ਲੋੜ ਹੈ ਤਾਂ ਕੀ ਹੋਏਗਾ ਪੈਸੇ ਵਾਧੂ ਬਚ ਜਾਣਗੇ, ਉਹ ਪੈਸੇ ਨੂੰ ਉਹ ਕਰਜ਼ਾ ਜਿਹੜਾ ਉਹ ਦੇ ਸਕਣਗੇ। ਤੇ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ
अपने लास्ट लेक्चर ਦੇ ਵਿੱਚ ਡਿਸਕਸ ਕੀਤੀਆਂ ਸੀ। ਅੱਜ ਦੇ ਲੈਕਚਰ 'ਚ ਆਪਾਂ ਦੇਖਨੇ ਆ ਉਹ ਮਾਤਰਾਤਮਕ ਉਪਕਰਣਾਂ ਦਾ ਆਖਰੀ ਉਪਕਰਨ ਜਿਹੜਾ ਹੈ ਖੁੱਲੇ ਬਾਜ਼ਾਰ ਦੀਆਂ क्रियावां। खुले बाजार ਦੀਆਂ क्रियावां 'ਚ ਕੀ ਹੁੰਦਾ ਹੈ ਕਿ ਆਪਾਂ ਨਾ ਆਪਣੇ ਪਿਛਲੇ ਲੈਕਚਰ ਦੇ ਵਿੱਚ ਇੱਕ ਗੱਲ ਕੀਤੀ ਸੀ ਜਿਹਨੂੰ ਆਪਾਂ ਨਾਮ ਦਿੱਤਾ ਸੀ ਸਰਕਾਰੀ ਪ੍ਰਤੀਭੂਤੀਆਂ ਦੀ। ਤਾਂ ਆਪਾਂ ਕਿਹਾ ਸੀ ਕਿ ਸਰਕਾਰੀ ਪ੍ਰਤੀਭੂਤੀਆਂ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਵੇਂ ਆਪਾਂ ਕਿਹਾ ਸੀ ਇਹਦੇ ਵਿੱਚ ਬੌਂਡਸ ਆ ਜਾਂਦੇ ਨੇ। ਨੰਬਰ 2 ਇਹਦੇ ਵਿੱਚ ਜਿਹੜੇ ਸਰਕਾਰ ਦੇ ਖਜ਼ਾਨਾ ਪੱਤਰ ਨੇ ਉਹ ਆ ਜਾਂਦੇ ਨੇ, ਜਾਂ ਇਹਦੇ ਵਿੱਚ ਸਰਕਾਰ ਦੇ ਜਿਹੜੇ ਵਟਾਂਦਰਾ ਪੱਤਰ ਨੇ ਉਹ ਆ ਜਾਂਦੇ ਨੇ। ਤਾਂ ਇਹ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਸਰਕਾਰੀ ਪ੍ਰਤੀਭੂਤੀਆਂ ਦੇ ਵਿੱਚ ਲੈ ਲੈਂਦੇ ਆ। ਠੀਕ ਹੈ, ਮੈਂ ਤੁਹਾਨੂੰ ਇੱਕ ਬੜੀ ਸਿੰਪਲ ਜੀ एग्जांपल भी ਦਿੱਤੀ ਸੀ ਸਰਕਾਰੀ ਪ੍ਰਤੀਭੂਤੀਆਂ ਦੀ, ਜਿਹੜੇ ਸੀ NSC ਯਾਨੀ ਕਿ ਨੈਸ਼ਨਲ ਸੇਵਿੰਗ ਸਰਟੀਫਿਕੇਟ। ठीक है, तो ये भी एक तरह की की है सरकारी प्रतिभूति है। तो की होएगा जदों मांग ज्यादा होएगी, ठीक है, यानी लोग की मांग बहुत करते पे ने, लोगों को पैसा बहुत ज्यादा है, तो सरकार की करेगी वो बाजार दे विच आ जाएगी। ठीक है, बाजार विच आके सरकार की करेगी लोगों को अपने ये बॉन्ड्स, खजाना पत्र, वटांदरा पत्र, NSC ये सारिया चीज़ां जिहड़ियां ने वो बेचेगी। मतलब लोगों को ये कहेगी भी तुसी की करो साडे कोलों ये जिहड़े खजाना पत्र ने या ये जिहड़े वटांदरा पत्र ने या ये जिहड़े बॉन्ड्स ने या NSC ने ये साडे कोलों खरीदो। यानी सरकार ने की करना है ये सारिया चीज़ां जिहड़ियां ने वो बाजार दे विच जाके बेचनियां शुरू कर देनियां ने। जदों सरकार ये सारिया चीज़ां लोकां नूं बेचेगी तां की होएगा, अगर आपां सिंपल एक NSC दी एग्जांपल ले लईए तां NSC जिहड़ा है वो कितने साल दा हुंदा है। मैं अपने पिछले लेक्चर च गल कीती सी भी ये 5 साल दा जिहड़ा है वो होया करदा है। मतलब अगर मैं सरकार दे कोलों 5 साल दा एक NSC खरीद लिया, मान लो मैं सरकार नूं कहा कि मैनूं 40,000 रुपए दे NSC दे दिओ, मतलब मैं 40,000 रुपए सरकार नूं देते, उनके बदले सरकार ने मैनूं NSC देता। NSC की है जस्ट एक ना रसीद है, एक कागज का टुकड़ा है जिसके ऊपर लिखा हुआ है राष्ट्रीय बचत सर्टिफिकेट, मेरा नाम लिखा होगा, कितने रुपये दे लए वो लिखा होगा, तो उस तो बाद कितनी तरीक नूं लए, कितनी तरीक नूं पूरे होने ने। ठीक है, नाम लिखा होगा भी इन्नी तरीक नूं जो पूरे होंगे ना इन्ने पैसे दे दांगे, ते थल्ले जिहड़ा बंदा मैनूं देवेगा ਉਹਦੇ साइन किते होंगे ਉਹਨੂੰ ਆਪਾਂ ਕਹਾਂਗੇ NSC। यानी हुण की होया मेरे कोल ना एक कागज दा टुकड़ा आ गया, यानी मेरे हथों 40,000 रुपए गए। हुण जदों मेरे हथे पैसे ही नहीं रहे तो मैं मंग कित्थों करांगा, तो की होएगा मंग जिहड़ी है वो घट जाएगी, क्योंकि वो जिहड़ा कागज दा टुकड़ा है हुण ओनू देख के मैनूं थोड़ी कोई चीज़ां दे देगा। तो की होएगा जदों अर्थव्यवस्था दे विच मंग जिहड़ी है वो ज्यादा होएगी तो सरकार ने की करना है लोकां कोलों पैसा जिहड़ा है वो लैण दी कोशिश करनी है। कि अर्थव्यवस्था च ना लोग मंग बहुत करते पे ने, लोकां कोल पैसा बहुत ज्यादा है, लोग चीज़ां खरीदी जाते पे ने, तो किसी न किसी तरीके नाल लोकां दे हथों पैसा जिहड़ा है वो कढ भी सरकार हुण की करेगी ये सारिया चीज़ां आपां नूं बेचेगी, उनके बदले अपने कोल पैसा ले जाएगी। हुण जिवें अगर आपां NSC दी गल करिए, हुण 5 साल वास्ते है, यानी 5 साल वास्ते मेरे 40,000 रुपए सरकार कोल गए, यानी हुण 5 साल तो पहला मैनूं वापस को नहीं मिलने। यानी हुण की होया, हुण मेरे कोल 5 साल वास्ते पैसे ही नहीं हैगे, मैं मंग कित्थों करांगा। की होएगा सरकार जिहड़ी है वो मेरे हथों पैसा कढ के लैगी, मंग है पैसा है नहीं, मंग कर नहीं सकता, तो वध मंग की हो जाएगी, घट जाएगी। ध्यान नाल समझो भी जदों मंग जिहड़ी है वो ज्यादा होएगी तो सरकार की करेगी ये सारिया चीज़ां जिहड़ियां ने वो बेचेगी, लोकां नूं ये सारिया चीज़ां दे देगी, उनके बदले लोकां कोलों पैसा ले लेगी। हुण जे लोकां कोलों पैसा ले लिया तो लोकां दे हत्थे पैसा नहीं रहा, लोकी मंग नहीं करनगे, तो की होएगा वध मंग जिहड़ी है वो घट जाएगी ते वध मंग की समस्या दा हल हो जाएगा। हुण अगर मंग घट है, हुण सरकार की करेगी, अगर मेरी एग्जांपल ले जावे, मान लो कि बाजार दे विच मंग जिहड़ी है वो घट है, मतलब
मतलब लोकां कोल पैसा नहीं हैगा, लोकी मंग नहीं करते पे, सरकार कहती है कि मंग करानी है, लोकां नूं पैसा देना है। मैं कहना कि मैं मंग करनी चाहना जी, ठीक है जी, पर मेरे कोल पैसा नहीं हैगा। क्यों नहीं हैगा? भी मेरे कोल पैसे हैगे सी, ਜਦੋਂ ਮੰਗ ਜ਼ਿਆਦਾ ਸੀ ਨਾ ਤਾਂ ਤੁਸੀਂ ਕੀ ਕੀਤਾ ਸੀ, ਮੈਨੂੰ ਐਨਐਸਸੀ ਫੜਾ ਗਏ ਸੀ। ਹੁਣ ਮੇਰੇ ਕੋਲ ਤਾਂ ਐਨਐਸਸੀ ਹੈਗੇ ਨੇ, ਆ ਐਨਐਸਸੀ ਵੇਖ ਕੇ ਤਾਂ ਮੈਨੂੰ ਕੋਈ ਚੀਜ਼ ਦਿੰਦਾ ਨਹੀਂ ਪਿਆ, ਤਾਂ ਹੁਣ ਮੈਂ ਮੰਗ ਕਰਨੀ ਚਾਹਨਾ ਪਰ ਮੇਰੇ ਕੋਲ ਪੈਸੇ ਹੀ ਨਹੀਂ ਹੈਗੇ, ਤਾਂ ਮੈਂ ਮੰਗ ਕਿੱਥੋਂ ਕਰਾਂ? ਤਾਂ ਸਰਕਾਰ ਕੀ ਕਹੇਗੀ? ਉਹ ਕਹੇਗੀ ਕੋਈ ਗੱਲ ਨਹੀਂ, ਸਾਡੀਆਂ ਜਿੰਨੀਆਂ ਪ੍ਰਤੀਭੂਤੀਆਂ ਤੇਰੇ ਕੋਲ ਪਈਆਂ ਨੇ ਨਾ ਉਹ ਸਾਨੂੰ ਫੜਾ ਦੇ ਵਾਪਸ। ਤਾਂ ਹੁਣ ਮੈਂ ਕੀ ਕਰਾਂਗਾ? ਹੁਣ ਜਿੰਨੀਆਂ ਮੇਰੇ ਕੋਲ ਸਰਕਾਰ ਦੇ ਇਹ ਖਜ਼ਾਨਾ ਪੱਤਰ, ਵਟਾਂਦਰਾ ਪੱਤਰ, ਬੌਂਡਸ, ਐਨਐਸਸੀ ਮੇਰੇ ਕੋਲ ਪਏ ਹੋਣਗੇ ਉਹ ਮੈਂ ਸਰਕਾਰ ਨੂੰ ਫੜਾ ਦਾਂਗਾ ਕਿ ਲੋ ਜੀ ਲੈ ਜਾਓ। ਹੁਣ ਸਰਕਾਰ ਕੀ ਕਰੇਗੀ? ਉਹ ਸਾਰੇ ਜਿਹੜੇ ਸਰਕਾਰੀ ਪ੍ਰਤੀਭੂਤੀਆਂ ਨੇ ਉਹ ਮੇਰੇ ਕੋਲੋਂ ਖਰੀਦ ਲੇਗੀ, ਉਹਦੇ ਬਦਲੇ ਮੈਨੂੰ ਪੈਸਾ ਦੇ ਦੇਗੀ। ਹੁਣ ਮੇਰੇ ਹੱਥੇ ਪੈਸਾ ਆ ਗਿਆ, ਮੈਂ ਕੀ ਕਰਾਂਗਾ? ਮੈਂ ਉਸ ਪੈਸੇ ਨਾਲ ਜਿਹੜਾ ਉਹ ਬਾਜ਼ਾਰ ਲੈ ਕੇ ਜਾਵਾਂਗਾ, ਚੀਜ਼ਾਂ ਖਰੀਦਾਂਗਾ, ਮੰਗ ਵੱਧ ਜਾਏਗੀ, ਤਾਂ ਘੱਟ ਮੰਗ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਜਾਏਗੀ। कहने का मतलब की है भी जदों तक मंग घट है, हुण की करना है? मंग वधानी है, मंग वधानी है तो की करना पेगा? लोगों को पैसा देना पेगा। हुण जे पैसा किवें देणगे? यानी जिन्नियां भी लोकां दे कोल प्रतिभूतियां ऑलरेडी पईयां ने, सरकार उन्हां नूं खरीदना शुरू कर देगी, उनके बदले लोकां नूं सरकार पैसा दे देगी, लोकां कोल पैसा पहुंच जाएगा, लोकी उस पैसे नाल मंग करनी शुरू कर देंगे, जिन्ने नाल की होएगा? घट मंग की समस्या हल हो जाएगी। यानी हुण खुले बाजार दियां क्रियावां दे विच की कीता जांदा है? नंबर 1 जिहड़ियां सरकारी प्रतिभूतियां ने उन्हां दी खरीद कीती जांदी है ते उन्हां दी वेच कीती जांदी है। जदों तां मंग घट है तां सरकार की करेगी? लोकां कोल जिहड़ियां पहलां तो सरकारी प्रतिभूतियां पईयां ने वो खरीदेगी, खरीद के उन्हां नूं की करेगी? पैसा दे देगी, लोकां कोल पैसा आ जाएगा, लोकी कोल पैसे नाल मंग करनी शुरू कर देंगे तो घट मंग की समस्या हल हो जाएगी। जेकर मंग ज्यादा है तो सरकार की करेगी? जिहड़ियां ये सरकारी प्रतिभूतियां ने इन्हां नूं बेचेगी, उनके बदले लोकां कोल पैसा ले लेगी, लोकां कोल पैसा नहीं बचना, लोकी मंग नहीं कर सकणगे, तो वध मंग की समस्या जिहड़ी है वो हल हो जाएगी। तां आपां सरकारी प्रतिभूतियां दी खरीद बेच करके भी की कर सकते हैं? मौद्रिक नीति नूं यूज कर सकते हैं ते घट मंग ते वध मंग दी जिहड़ी समस्या है उनका आपां समाधान कर सकते हैं। तां ये जिहड़े 4 तरीके ने ये किंदे विच आंदे ने? ये 4 तरीके जिहड़े ने ये मात्रात्मक उपकरणां दे विच जिहड़ा है वो आ जांदे ने। तां इत्थे चौथा की आ गया? खुले बाजार दियां क्रियावां। ठीक है, ਤਾਂ ਹੁਣ ਜਿਹੜੇ ਆਪਾਂ ਕਰਨ ਜਾ ਰਹੇ ਹਾਂ, ਹੁਣ ਆਪਾਂ ਕਰਨ ਜਾ ਰਹੇ ਹਾਂ ਗੁਣਾਤਮਕ ਉਪਕਰਨ। ਹੁਣ ਇਹ ਗੁਣਾਤਮਕ ਉਪਕਰਨ ਕੀ ਚੀਜ਼ ਨੇ? ਇਹਨਾਂ ਦਾ ਮੀਨਿੰਗ ਜਿਹੜਾ ਹੈ ਉਹ ਆਪਾਂ ਆਪਣੇ ਪਿਛਲੇ ਲੈਕਚਰ 'ਚ ਕਲੀਅਰ ਕੀਤਾ ਸੀ ਕਿ ਆਪਾਂ ਇਹਨਾਂ ਨੂੰ ਸਿਲੈਕਟਿਵ ਕ੍ਰੈਡਿਟ ਕੰਟਰੋਲ ਮੈਜਰਸ ਵੀ ਕਹਿੰਦੇ ਆ। ਸਿਲੈਕਟਿਵ ਕਿਉਂ ਕਹਿੰਦੇ ਆ? ਵੀ ਇਹ ਜਿਹੜੇ ਉਪਕਰਨ ਨੇ ਇਹ ਹਰੇਕ ਤਰ੍ਹਾਂ ਦੇ ਕਰਜ਼ੇ ਨੂੰ ਪ੍ਰਭਾਵਿਤ ਨਹੀਂ ਕਰਦੇ, ਇਹ ਕੁਝ ਚੁਣਿੰਦਾ ਜਿਹੜੇ ਕਰਜ਼ੇ ਨੇ ਉਹਨਾਂ ਦੀ ਮਾਤਰਾ ਨੂੰ ਪ੍ਰਭਾਵਿਤ ਕਰਦੇ ਨੇ, ਜਿਸ ਕਰਕੇ ਇਹਨੂੰ ਆਪਾਂ ਸਿਲੈਕਟਿਵ ਕਹਿੰਦੇ ਆ। ਸਿਲੈਕਟਿਵ ਮਤਲਬ ਵੀ ਜਿਹਨੂੰ ਤਾਂ ਇਹ ਸਿਲੈਕਟ ਕਰਨਗੇ ਉਹਨੂੰ ਤਾਂ ਪ੍ਰਭਾਵਿਤ ਕਰਨਗੇ, ਜਿਹਨੂੰ ਸਿਲੈਕਟ ਨਹੀਂ ਕਰਨਗੇ ਉਹਨੂੰ ਪ੍ਰਭਾਵਿਤ ਨਹੀਂ ਕਰਨਗੇ। ਜਿਹੜੇ ਮਾਤਰਾਤਮਕ ਉਪਕਰਨ ਨੇ ਜਿੰਨੇ ਵੀ ਆਪਾਂ ਕੀਤੇ, ਚਾਹੇ ਉਹ ਬੈਂਕ ਦਰ ਹੈ, ਚਾਹੇ ਉਹ ਨਗਦ ਵਿਧੀ ਅਨੁਪਾਤ ਹੈ, ਚਾਹੇ ਉਹ ਤਰਲਤਾ ਅਨੁਪਾਤ ਹੈ, ਚਾਹੇ ਉਹ ਖੁੱਲੇ ਬਾਜ਼ਾਰ ਦੀਆਂ क्रियावां ने, ਇਹਨਾਂ ਨੇ ਕੀ ਕਰਨਾ ਹੈ? ਜੇ ਤਾਂ ਪੈਸਾ ਜ਼ਿਆਦਾ ਦੇਣਾ ਹੈ ਤਾਂ ਫਿਰ ਹਰੇਕ ਕੰਮ ਵਾਸਤੇ ਪੈਸਾ ਜਿਹੜਾ ਹੈ ਉਹ ਜ਼ਿਆਦਾ ਦੇਣਾ ਹੈ, ਜੇ ਪੈਸਾ ਘੱਟ ਦੇਣਾ ਹੈ ਤਾਂ ਫਿਰ ਹਰੇਕ ਕੰਮ ਵਾਸਤੇ ਪੈਸਾ ਜਿਹੜਾ ਹੈ ਉਹ ਘੱਟ ਦੇਣਾ ਹੈ। ਯਾਨੀ ਇਹ ਕੀ ਕਰਦੇ ਨੇ? ਜਿਹੜੇ ਅਲੱਗ-ਅਲੱਗ ਉਦੇਸ਼ਾਂ ਵਾਸਤੇ ਲੋਕੀ ਪੈਸਾ ਉਧਾਰ ਲੈਂਦੇ ਨੇ ਉਹ ਅਲੱਗ-ਅਲੱਗ ਉਦੇਸ਼ਾਂ ਦੇ ਵਿੱਚ ਨਾ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਜਿਹੜਾ ਉਹ ਨਹੀਂ ਕਰਦੇ। ਯਾਨੀ ਜੇ ਉਧਾਰ ਜ਼ਿਆਦਾ ਦੇਣਾ ਹੈ ਤਾਂ ਸਾਰਿਆਂ ਵਾਸਤੇ ਹੀ ਜ਼ਿਆਦਾ ਦੇਣਾ ਹੈ। ਕਿਵੇਂ? ਦੇਖੋ, अगर मान लो भी आप कहिए भी बैंक दर की एग्जांपल लईए, भी बैंक दर च की होएगा? एक बैंक ने केंद्रीय बैंक तो कर्जा लिया, ठीक है, आप क्या भी 4.65% ते उन्हें कर्जा मिला। हुण उन्हें जिहड़ा अगे कर्जा देना है, हुण उन्हें कई तरीके नाल देना है। उन्हें की करना है? उन्हें लोकां नूं कार
जे बैंक दर वध गई यानी ਜਿਹੜਾ ਕਰਜ਼ਾ ਇੱਕ ਬੈਂਕ ਨੂੰ ਕੇਂਦਰੀ ਬੈਂਕ ਤੋਂ ਪਹਿਲਾਂ 4.65 ਤੇ ਮਿਲਦਾ ਪਿਆ ਸੀ, ਮੰਨ ਲਓ ਉਹਨੂੰ 6% ਤੇ ਮਿਲਦਾ ਪਿਆ, ਹੁਣ ਕੀ ਹੋਏਗਾ ਜੇ ਉਹਨੂੰ ਅੱਗੇ ਕਰਜ਼ਾ ਮਹਿੰਗਾ ਮਿਲੇਗਾ ਤਾਂ ਸਾਰੇ ਕਰਜ਼ਿਆਂ ਵਾਸਤੇ ਜੋ ਉਹਦੀ ਵਿਆਜਾਂ ਨੇ ਉਹ ਵਧਾ ਦੇਗਾ। ਜੇ ਅੱਗੋਂ ਕਰਜ਼ਾ ਨੂੰ ਸਸਤਾ ਮਿਲੇਗਾ ਮਤਲਬ ਬੈਂਕ ਦਰ ਘਟ ਜਾਏਗੀ ਤਾਂ ਸਾਰਿਆਂ ਵਾਸਤੇ ਹੀ ਕਰਜ਼ਾ ਜਿਹੜਾ ਉਹ ਸਸਤਾ ਦੇਗਾ। यानी जे बैंक दर वधी है तो सारे तरह के कर्जे से वधी है, जे घटी है तो सारे तरह के कर्जे से घटी है, उन्हें भेदभाव नहीं करना। जे नगद निधि अनुपात है ਇਹਦੇ ਚ ਕੀ ਹੋਏਗਾ ਉਹ ਪੈਸੇ ਹੋਣਗੇ ਜਿਹੜੇ ਇੱਕ ਬੈਂਕ ਨੂੰ ਕੇਂਦਰੀ ਬੈਂਕ ਕੋਲ ਰੱਖਣੇ ਪੈਣਗੇ, ਜੇ ਤਾਂ ਜ਼ਿਆਦਾ ਰੱਖਣੇ ਪਏ ਤਾਂ ਫਿਰ ਟੋਟਲ ਪੈਸਾ ਘਟ ਬਚੇਗਾ ਤਾਂ ਹਰੇਕ ਤਰ੍ਹਾਂ ਦਾ ਕਰਜ਼ਾ ਹੀ ਉਹ ਘਟ ਦੇਗਾ। ਜੇ ਇਹ ਘਟ ਗਿਆ ਯਾਨੀ ਹੁਣ ਕੇਂਦਰੀ ਬੈਂਕ ਕੋਲ ਪੈਸੇ ਘਟ ਰੱਖਣੇ ਪੈਣੇ ਨੇ यानी आधे को पैसा ज्यादा बच जाएगा ते हरेक तरह से कर्जा जिहड़ा वो ज्यादा देगा। कोई तरलता अनुपात का केस है भी जे आधे को पैसे ज्यादा रखने पैगे तो दूजे वास्ते पैसा घट बचेगा यानी हरेक तरह के कर्जे जिहड़े ने वो पहला नालों घट दिते जाणगे। जे इहनूं घटाता तो आधे को पैसा घट रखना है, लोकां नूं ज्यादा देना है तो फिर सारियां वास्ते वो कर्जा जिहड़ा वो ज्यादा देगा। जे तां खुले बाजार ਦੀਆਂ ਕਿਰਿਆਵਾਂ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਪ੍ਰਤੀਭੂਤੀਆਂ ਨੇ ਸਰਕਾਰ ਨੇ ਉਹਨਾਂ ਨੂੰ ਵੇਚਤਾ ਤਾਂ ਕੀ ਹੋਇਆ ਸਰਕਾਰ ਨੇ ਵੇਚਿਆ ਉਹਦੇ ਬਦਲੇ ਸਰਕਾਰ ਪੈਸਾ ਲੈ ਗਈ ਯਾਨੀ ਲੋਕਾਂ ਕੋਲ ਕੀ ਹੋਏਗਾ ਪੈਸਾ ਘੱਟ ਬਚੇਗਾ ਯਾਨੀ ਓਵਰਆਲ ਮੰਗ ਜਿਹੜੀ ਹੈ ਉਹ ਘੱਟ ਹੋ ਜਾਏਗੀ। ਜੇ ਸਰਕਾਰ ਨੇ ਇਹ ਪ੍ਰਤੀਭੂਤੀਆਂ ਜਿਹੜੀਆਂ ਨੇ ਉਹਨਾਂ ਨੂੰ ਖਰੀਦ ਲਿਆ ਯਾਨੀ ਲੋਕਾਂ ਕੋਲ ਜਿਹੜੇ ਸਰਕਾਰੀ ਪ੍ਰਤੀਭੂਤੀਆਂ ਨੇ ਉਹ ਲੈ ਲੀਆਂ ਉਹਦੇ ਬਦਲੇ ਪੈਸਾ ਦੇਤਾ ਲੋਕਾਂ ਕੋਲ ਪੈਸਾ आ गया, लोगों ने मांग करनी शुरू कर देनी है। तो ये जिहड़े चार ने ये हरेक तरह की मुद्रा पूर्ति नूं जिहड़ा है ये मुद्रा की मांग नूं जिहड़ा है प्रभावित करते हैं, पर ये एवें नहीं करनगे। हुण इहदे च की होएगा इहदे 20 उपकरण ने जिवें कि इहदा जिहड़ा पहला उपकरण है उहनूं आपां कहंदे आ कर्ज़िਆਂ दी सीमांत उपलब्धता। ठीक है तो कर्ज़िਆਂ ਦੀ सीमांत उपलब्धता ये इहदा पहला उपकरण है। हुण इहनूं आपां एक एग्जांपल नाल समझांगे। आपां आम तौर ते बैंक कोलों कर्जा लैण जांदे आ, ठीक है जिन्ने रुपये दा आपां कर्जा लेना है उनके बदले की होएगा बैंक आपां नूं ये कहेगा कि कोई ना कोई चीज ना तुसीं साडे कोल गिरवी रखो, मतलब बिना चीज गिरवी रखे बैंक ने आपां नूं कर्जा नहीं देना। ठीक है मान लो मैं कहा कि मैं बैंक को कर्जा लैन चला गया, बैंक कहता है कोई ना कोई चीज गिरवी रखो तो मैं कहूंगा जी मेरे को मेरा घर है मेरा घर जो है वो गिरवी रखने को तैयार। मान लो कि मेरा घर जो है वो 10 लाख रुपए का है यानी मैं 10 लाख रुपए की चीज जी है वो बैंक को गिरवी रखती। हुण बैंक ने उनके बदले मैनू कर्जा लेना है, बैंक कदे भी मैनू 10 लाख की चीज गिरवी रखने के बदले 10 लाख का कर्जा नहीं देगा। क्यों? अगर सपोज करो कि बैंक मेरे को 10 लाख रुपए का मकान गिरवी रखा लेंदा है उनके बदले मैंने 10 लाख का कर्जा दे देंदा है, कल मैं बैंक नूं कर्जा वापस नहीं करता, बैंक की करेगा मेरा मकान बेचेगा, बेच के आधे 10 लाख रुपए वसूल कर देगा। मतलब बैंक ने मेरा मकान बेच के 10 लाख रुपए का जिहड़ा मूल सी वो तो वसूल कर लिया, पर जिहड़ी उत्ते ब्याज लगी होएगी वो किवें वसूल करेगा। तब बैंक की करता है जिन्ने रुपए की चीज आपां गिरवी रखते हैं हमेशा उसको घट रकम का कर्जा दिंदा है भी जेकर कल नूं इस बंदे ने कर्जा वापस ना किया तो की करांगे इहदे चीज जिहड़ी है बेच दांगे, मूल भी वसूलांगे ते नाल दे नाल ब्याज भी वसूलांगे। तां हुण सोचो भी अगर मैं ही दिता बैंक कोल 10 लाख रुपए की चीज जिहड़ी है वो गिरवी रखी, बैंक कहता उनके बदले तेनू कर्जा देंगे असी 7 लाख रुपए का भी कल की होए जे तू पैसा वापस ना किया तो तेरा मकान बेचांगे 10 लाख का, 7 लाख जेड़ा तेनू कर्जा दिता है वो वसूलांगे, उत्ते जेड़ा ब्याज लग्या वो भी वसूलांगे, जे बाकी कुछ बच गया तो तेनू दे देंगे। यानी बैंक पहला हिसाब ला लेंदा है भी इन्ने साल का कर्जा है जे ने वापस ना किया इन्नी को ब्याज बनेगी
ਰੱਖਦਾ ਪਿਆ ਉਸ ਤੋਂ ਇੰਨਾ ਕੋ ਕਰਜ਼ਾ ਘੱਟ ਦੇਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ ਜੇਕਰ ਇਹ ਬੰਦਾ ਕਰਜ਼ਾ ਵਾਪਸ ਨਾ ਕਰੇ ਤਾਂ ਮੂਲ ਵੀ ਵਸੂਲ ਲਈਏ ਤੇ ਨਾਲ ਦੇ ਨਾਲ ਵਿਆਜ ਵੀ ਵਸੂਲ ਲਈਏ। ਤਾਂ ਹੁਣ ਕੀ ਹੋਇਆ, ਬੈਂਕ ਕੋਲ ਮੈਂ 10 ਲੱਖ ਰੁਪਏ ਦੀ ਚੀਜ਼ ਗਿਰਵੀ ਰੱਖੀ, ਉਹਦੇ ਬਦਲੇ ਬੈਂਕ ਨੇ ਮੈਨੂੰ 7 ਲੱਖ ਰੁਪਏ ਦਾ ਕਰਜ਼ਾ ਦਿੱਤਾ। ਸੋਚੋ ਕਿੰਨਾ ਘੱਟ ਦਿੱਤਾ, 3 ਲੱਖ ਰੁਪਏ। ਤਾਂ ਮੈਂ ਕਹਾਂਗਾ ਵੀ ਇਹ 3 ਲੱਖ ਕੀ ਹੈ, ਇਹ ਕਰਜ਼ਿਆਂ ਦੀ ਸੀਮਾਂਤ ਉਪਲਬਧਤਾ ਹੈ। यानी अगर कर्जियां दी सीमांत उपलब्धता का पता लगाना है तो किवें लगेगा, बहुत सिंपल है। ये देखो भी बैंक दे कोल किन्ने रुपए की चीज गिरवी रखी, नंबर 2 बैंक ने उनके बदले सानू किन्ने रुपए का कर्जा दिता, दोनों का जिहड़ा फासला होएगा वो की होएगा, कर्जियां दी सीमांत उपलब्धता होएगा। एग्जांपल देख लो, 10 लाख रुपए की चीज गिरवी रखी, उनके बदले 7 लाख का कर्जा मिला, कितना फासला होया, 3 लाख रुपए। तो 3 लाख की हो गया कर्जियां दी सीमांत उपलब्धता होगी। सपोज करो कि ये जिहड़ी है अपनी शुरुआती पोजीशन है, ठीक है। हुण अर्थव्यवस्था दे विच की है, सपोज करो कि वध मंग चलदी पई है। हुण जे वध मंग करनी है तो की होएगा, हुण मंग वध है, इहनू की करना है, आपां ठीक करना है। जे इहनू ठीक करना है तो किवें करांगे, सरकार कहती है भी हुण अगर कोई बंदा तुहाडे कोल 10 लाख रुपए की चीज गिरवी रखन आ जाए तो हुण पहला ही मंग जिहड़ी है बहुत ज्यादा है, यानी असीं ज्यादा कर्जे नहीं लेने। मतलब हुण कर्जियां दी मात्रा नूं की करना है, घटाना है, क्योंकि मंग पहला ही ज्यादा है, लोकां नूं पैसा घट देना है ताकि वो घट मंग कर सकन। तो सरकार की करेगी, वो कहंदे पहला ते देखो भी पहला कर्जियां दी सीमांत उपलब्धता कितनी सी, 3 लाख, ਇਹਨੂੰ ਵਧਾ ਕੇ ਕਰ ਦਿਓ 5 ਲੱਖ। मतलब हुण सोचो भी आ 10 लाख है, ਇੱਥੇ 5 ਲੱਖ ਆਂਦਾ ਪਿਆ, यानी ਇਹਨੂੰ ਮਾਈਨਸ ਕਰਕੇ ਆਨਸਰ ਕਿੰਨਾ ਆਣਾ ਚਾਹੀਦਾ ਹੈ, 5 ਲੱਖ। यानी ਹੁਣ अगर मैं बैंक ਦੇ ਕੋਲ 10 ਲੱਖ ਦੀ ਚੀਜ਼ ਗਿਰਵੀ ਰੱਖਾਂਗਾ ਤਾਂ ਉਹਦੇ ਬਦਲੇ ਬੈਂਕ ਮੈਨੂੰ 5 ਲੱਖ ਦਾ ਹੀ ਕਰਜ਼ਾ ਦੇਵੇਗਾ। ਪਹਿਲਾਂ ਕਿੰਨਾ ਦਿੰਦਾ ਪਿਆ ਸੀ, 7 ਲੱਖ ਦਾ, ਹੁਣ ਕਿੰਨਾ ਦਾ ਦੇ ਰਿਹਾ ਹੈ, 5 ਲੱਖ ਦਾ। यानी ਕਰਜ਼ੇ ਕੀ ਮਿਲ ਰਹੇ ਨੇ, ਘੱਟ ਮਿਲ ਰਹੇ ਨੇ। अगर ਮੈਨੂੰ ਕਰਜ਼ਾ ਘੱਟ ਮਿਲੇਗਾ मतलब मेरे ਕੋਲ पैसा घट आएगा तो मैं मंग भी घट करांगा, तो वध मंग की समस्या हल हो जाएगी। यानी जदों मंग वध होएगी तो कर्जियां दी जिहड़ी सीमांत उपलब्धता है उन्होंने की कीता जाएगा, वधा दिता जाएगा। मतलब जिन्ने दी चीज गिरवी रखी उनके बदले जिन्ने दा कर्जा देना है उनका जिहड़ा अंतर है उन्होंने वधा दिता जाएगा। उल्टा देख लो, अगर मंग होवे घट, अगर घट मंग है फिर की होएगा, हुण बैंक कहता है कि मंग जिहड़ी है वो घट है, यानी लोकी मंग नहीं करते पे, लोकां कोल पैसा नहीं हैगा, आपां लोकां नूं पैसा देना है। यानी हुण की होगा, हुण सरकार ने की कीता, सरकार कहती है अच्छा पहला देखो कि 10 लाख की चीज गिरवी रखदा पिया सी तो उन्होंने किन्ने दा कर्जा मिलदा पिया सी, तो बैंक कहेगा जी तुसी ना जिहड़ी कर्जियां दी सीमांत उपलब्धता है वो 3 लाख रुपए रखी सी, इस करके ना अगर साडे कोल कोई 10 लाख की चीज गिरवी रखदा सी तो असीं उनके बदले उन्होंने 7 लाख का कर्जा देंदे पे सी। बैंक कहंदा ऐं करो, केंद्रीय बैंक कहंदा ज्यादा कर्जे दिओ, ज्यादा कर्जे दो, मतलब वो कहंदा ऐं करो हुण अगर कोई 10 लाख की चीज गिरवी रखे ना उनके बदले 9 लाख का कर्जा दे दो। मतलब हुण कर्जियां दी सीमांत उपलब्धता कितनी होगी, 1 लाख। यानी हुण 10 लाख के बदले 9 लाख का कर्जा मिलेगा, कर्जे पहले नालों ज्यादा मिलणगे, लोकां कोल पैसा ज्यादा आएगा, लोकी मंग ज्यादा करनगे, तां जिहड़ी घट मंग दी समस्या है वो की हो जाएगी, हल हो जाएगी। तां ये भी एक तरीका है, समझ लो भी कर्जियां दी सीमांत उपलब्धता इत्थे कितनी है, 3 लाख, इत्थे कितनी है 5 लाख, इत्थे कितनी है 1 लाख। जे तां शुरुआत दे विच अपनी कर्जियां दी सीमांत उपलब्धता जिहड़ी है वो 3 लाख रुपए है, इहदा मतलब है भी जिन्ने दी चीज तुसी गिरवी रखदे पे हो ते उनदे बदले जो तुहानू कर्जा मिल रहा है उनदे विच 3 लाख रुपए दा फासला है। जदों तां कर्जे घट देने होणगे तां फासले नूं की करनगे, वधा देणगे, यानी कर्जियां दी सीमांत उपलब्धता की हो जाएगी, वध जाएगी। हुण अगर 10 लाख की चीज गिरवी रखोगे तां 5 लाख का कर्जा मिलना है, कर्जे घट मिलणगे,
ਲੋਕਾਂ ਕੋਲ ਪੈਸਾ ਘੱਟ ਆਏਗਾ, ਮੰਗ ਘੱਟ ਕਰਨਗੇ ਤਾਂ ਵੱਧ ਮੰਗ ਦੀ ਸਮੱਸਿਆ ਹੱਲ ਹੋ ਜਾਏਗੀ। ਫਿਰ ਅਗਰ ਮੰਗ ਘੱਟ ਹੈ ਤਾਂ ਆਪਾਂ ਕੀ ਕਰਨਾ ਹੈ, ਲੋਕਾਂ ਨੂੰ ਪੈਸੇ ਜ਼ਿਆਦਾ ਦੇਣੇ ਨੇ। ਜੇ ਪੈਸੇ ਜ਼ਿਆਦਾ ਦੇਣੇ ਨੇ ਫਿਰ ਕੀ ਹੋਏਗਾ, ਕਰਜ਼ਿਆਂ ਦੀ ਜਿਹੜੀ ਸੀਮਾਂਤ ਉਪਲਬਧਤਾ ਹੈ ਇਹਨੂੰ ਘਟਾ ਦਿੱਤਾ ਜਾਏਗਾ। यानी कि होएगा हुन अगर कोई 10 लाख की चीज गिरवी रखता है तो उनके बदले 9 लाख का कर्जा मिलेगा। कर्जे पहले नालों ज्यादा मिलणगे, लोकां कोल पैसा ज्यादा आएगा, लोकी मंग ज्यादा करनगे तो की होएगा, जेडी घट मंग की समस्या है वो हल हो जाएगी। ता इस तरह कर्जियां दी सीमांत उपलब्धता विच बदलाव करके भी आप की कर सकते हैं, वध मंग ते घट मंग की जेडी समस्या है ਉਹਨੂੰ ਆਪਾਂ ਹੱਲ ਕਰ ਸਕਦੇ ਹਾਂ। ਫਿਰ ਅਗਲਾ ਜਿਹੜਾ ਉਪਕਰਨ ਹੈ ਐਸੇ ਗੁਣਾਤਮਕ ਦਾ ਉਹ ਹੈ ਸਾਖ ਦੀ ਰਾਸ਼ਨਿੰਗ। ਹੁਣ ਸਾਖ ਦੀ ਰਾਸ਼ਨਿੰਗ ਦਾ ਮਤਲਬ ਕੀ ਹੈ? ਸਾਖ ਕੀ ਹੁੰਦਾ ਹੈ? ਉਧਾਰ। मतलब जेड़ा उधार बैंक दे रहा है उन्हें ਆਪਾਂ ਕੀ ਕਹਾਂਗੇ? ਸਾਖ ਕਹਾਂਗੇ। उनकी की किया जाएगा? राशनिंग कर दी जाएगी। हुण ये राशनिंग की चीज होती है, सोचो आपा कहने आ भी आपा ना राशन की दुकान ते सामान लैन चले आ, उनदे वास्ते की चाहिए? राशन कार्ड चाहिए हुंदा है। हुण कदे तुसी नोट कीता है भी राशन कार्ड ते अपने सारे परिवार दे मैंबरां दे नाम लिखे हुंदे ने। हुण क्यों लिखे हुंदे ने? क्योंकि ਜਦੋਂ ਵੀ ਆਪਾਂ ਨੂੰ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਮਿਲਦਾ ਹੈ ਤਾਂ ਜਿੰਨੇ ਮੈਂਬਰਾਂ ਦੇ ਨਾਮ ਉਸ ਰਾਸ਼ਨ ਕਾਰਡ ਤੇ ਲਿਖੇ ਹੋਏ ਨੇ ਨਾ ਉਹ ਮੈਂਬਰਾਂ ਦੇ ਹਿਸਾਬ ਨਾਲ ਮਿਲਣਾ ਹੈ। ਇਹ ਨਹੀਂਗਾ ਵੀ ਆਪਾਂ ਰਾਸ਼ਨ ਦੀ ਦੁਕਾਨ ਤੇ ਗਏ ਉਹਨੂੰ ਕਹ ਲਓ ਜੀ 10 ਕਿਲੋ ਖੰਡ ਦੇ ਦੇ, ਠੀਕ ਹੈ, 20 ਕਿਲੋ ਕਣਕ ਦੇ ਦੇ, ਇੰਨੇ ਕਿਲੋ ਮਸਾਲੇ ਦੇ ਦੇ, ਇੰਨੇ ਕਿਲੋ ਲੂਣ ਦੇ ਦੇ। ਉਹ ਐਵੇਂ ਨਹੀਂ ਦੇਗਾ। ਉਹ ਕਹੇਗਾ ਵੀ ਤੁਹਾਡੇ ਕਾਰਡ ਤੇ 5 ਬੰਦਿਆਂ ਦਾ ਨਾਮ ਲਿਖਿਆ ਹੋਇਆ ਹੈ, मैं ਤੁਹਾਨੂੰ 5 ਬੰਦਿਆਂ ਦਾ ਹੀ ਸਮਾਨ ਦੇਣਾ ਹੈ, ਇਸ ਤੋਂ ਜ਼ਿਆਦਾ ਨਹੀਂ ਦੇਣਾ। ਤਾਂ ਹੀ ਆਪਣੇ ਰਾਸ਼ਨ ਕਾਰਡ ਤੇ ਉਹ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਮ ਜਿਹੜੇ ਹੈ ਉਹ ਲਿਖਦੇ ਤਾਂ ਕਿ ਉਸ ਹਿਸਾਬ ਤੇ ਹੀ ਆਪਾਂ ਨੂੰ ਰਾਸ਼ਨ ਮਿਲੇ, ਉਸ ਤੋਂ ਜ਼ਿਆਦਾ ਨਾ ਮਿਲੇ। ਤਾਂ ਰਾਸ਼ਨਿੰਗ ਦਾ ਮਤਲਬ ਕੀ ਹੁੰਦਾ ਹੈ? ਰਾਸ਼ਨਿੰਗ ਦਾ ਮਤਲਬ ਹੁੰਦਾ ਹੈ ਵੀ ਜੋ ਵੀ ਦਿੱਤਾ ਜਾ ਰਿਹਾ ਹੈ ਉਹਦੀ ਇੱਕ ਉਪਰੀ ਸੀਮਾ निर्धारित कर दी जाएगी कि इस तो ज्यादा नहीं देना। ठीक है, जिवें अगर मान लो कि अपने राशन कार्ड दे 5 बंदियां दे नाम लिखे है, ठीक है, वो कहंदे भी एक बंदे नूं असीं 1 महीने दी आधा किलो खंड देनी है तां 5 बंदियां नूं 2.5 किलो खंड मिलनी, वो तुहानूं 2.5 किलो ही मिलनी है, इस तो ज्यादा नहीं मिलनी। मतलब अगर वो कहते हैं कि 5 बंदियां दा नाम लिखा है, एक बंदे नूं असीं 1 महीने दी 10 किलो कणक देनी है तां मतलब तुहानूं 5 बंदे दे हिसाब नाल 50 किलो कणक ही मिलनी है, ज्यादा नहीं मिलनी। यानी राशनिंग की किया जाएगा, हर एक चीज की एक ऊपरी सीमा निर्धारित कर दी जाएगी। ऊपरी सीमा मतलब वक्त सीमा, इस तो ऊपर तुहानूं जान नहीं देना। तो हुण आपां इत्थे राशनिंग किंदी करदे पिया? साख दी। मतलब साख की होया जेड़ा उधार बैंक दिंदा है उनकी की किया जाएगा? ऊपरी सीमा निर्धारित कर दी जाएगी कि इस तो ज्यादा उधार नहीं देना। हुण सोचो भी ये जेड़ी राशनिंग है ये कदों की जाएगी? जदों अर्थव्यवस्था च की होएगा? वध मंग होएगी। जदों तक मंग ज्यादा है उदों की किया जाएगा? हर एक तरह के साख दी या जिन्हों भी सिलेक्ट करना है उनकी की किया जाएगा? राशनिंग कर दी जाएगी। सरकार कहती है कि देखो जी गुणात्मक उपकरण है, ਅਸੀਂ ਕੀ ਕਰਨ ਲੱਗੇ ਆ, ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਉਧਾਰ ਨੇ ਉਹਨਾਂ ਦੀ ਨਾ ਉਪਰੀ ਸੀਮਾ ਨਿਰਧਾਰਿਤ ਕਰਨ ਲੱਗੇ ਆ ਵੀ ਇਸ ਤੋਂ ਜ਼ਿਆਦਾ ਉਧਾਰ ਅਸੀਂ ਨਹੀਂ ਦੇਣਾ। ਠੀਕ ਹੈ, ਹੁਣ ਉਹਨਾਂ ਨਾਲ ਕੀ ਹੋਏਗਾ? ਜਦੋਂ ਸਰਕਾਰ ਇੱਕ ਉਪਰੀ ਸੀਮਾ ਨਿਰਧਾਰਿਤ ਕਰ ਦੇਗੀ ਤੇ ਇਹ ਕਹਿ ਦੇਗੀ ਵੀ ਇਸ ਤੋਂ ਜ਼ਿਆਦਾ ਉਧਾਰ ਅਸੀਂ ਦੇਣਾ ਹੀ ਨਹੀਂ, ਤਾਂ ਕੀ ਹੋਏਗਾ? एक तो निश्चित मात्रा तो ज्यादा पैसा लोगों को नहीं जाएगा, लोगों को पैसा घट जाना है, लोगों को पैसा घटेगा तो की होएगा? लोग की मांग घट करनगे तब वध मांग की समस्या जिहड़ी है वो हल हो जाएगी। उल्टा अगर मान लो कि अर्थव्यवस्था दे विच जिहड़ी मांग है वो घट है, हुण की होगा? हुण सरकार कहती है कि मांग घट है, लोगों को पैसा देना है ताकि लोग की मांग कर सकन। की होएगा? हर एक तरह की राशनिंग नूं खत्म कर दिता जाएगा। कोई राशनिंग नहीं है, बैंकों को खुली छूट दे दी जाएगी।
ਹੈਗੀ ਵੀ ਉਹ ਜਿੰਨੀ ਮਰਜ਼ੀ ਸਾਖ ਯਾਨੀ ਕਿ ਉਧਾਰ ਦੇਣਾ ਚਾਹਣ ਉਹ ਦੇ ਸਕਦੇ ਹੈ। ਲੋਕਾਂ ਕੋਲ ਪੈਸਾ ਪਹੁੰਚਣਾ ਚਾਹੀਦਾ ਹੈ, ਲੋਕੀ ਮੰਗ ਕਰਨੇ ਚਾਹੀਦੇ ਨੇ ਤਾਂ ਕਿ ਘੱਟ ਮੰਗ ਦੀ ਸਮੱਸਿਆ ਜਿਹੜੀ ਹੈ ਉਹਨੂੰ ਆਪਾਂ ਹੱਲ ਕਰ ਸਕੀਏ। ਤਾਂ ਸਾਖ ਦੀ ਰਾਸ਼ਨਿੰਗ ਦੇ ਵਿੱਚ ਕੀ ਹੋਏਗਾ ਵੀ ਸਰਕਾਰ ਜੇ ਤਾਂ ਵੱਧ ਮੰਗ ਹੈ ਤਾਂ ਰਾਸ਼ਨਿੰਗ ਨੂੰ ਲਾਗੂ ਕਰ ਦੇਗੀ, मतलब हरेक तरह के उधार की एक ऊपरी सीमा निर्धारित कर देगी, उस तो ऊपर कर्जे नहीं देने ताकि लोगों को पैसा घट पहुंचे, लोग की मंग घट करन ते वध मंग की समस्या जिहड़ी है वो हल हो जाए। उल्टा जेकर घट मंग है तो सारे तरह की राशनिंग की किया जाएगा, खत्म कर दिया जाएगा। सरकार कहेगी सब तरह की राशनिंग खत्म है, कोई ऊपरी सीमा नहीं है, तुसी जितना मर्जी कर्जा ले सकते हो, कर्जा लो, मंग करो ते घट मंग की समस्या नूं जिहड़ा है वो हल करो। तां आपां साख दी राशनिंग नूं अपना के भी की कर सकते हां, वध मंग ते घट मंग की समस्या नूं हल कर सकते हां। होर की हो सकता है ਇਹਦੇ ਵਿੱਚ तीसरा ਜਿਹੜਾ तरीका है ਉਹਨੂੰ ਆਪਾਂ ਕਹਿੰਦੇ ਆ ਪ੍ਰਤੱਖ ਕਾਰਵਾਈ। ਪ੍ਰਤੱਖ ਕਾਰਵਾਈ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਨਾ ਇਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਆ ਡਾਇਰੈਕਟ ਐਕਸ਼ਨ। ਡਾਇਰੈਕਟ ਐਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਕੇਂਦਰੀ ਬੈਂਕ ਹੈ ਉਹ ਬੈਂਕਾਂ ਨੂੰ ਆਰਡਰ ਕਰਦਾ ਹੈ ਵੀ ਦੇਖੋ ਜੀ ਮੰਗ ਘੱਟ ਹੈਗੀ ਹੈ, ਸਾਰੇ ਬੈਂਕਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਫਲਾਣੇ ਫਲਾਣੇ ਕਰਜ਼ੇ ਜਿਹੜੇ ਨੇ ਉਹ ਜ਼ਿਆਦਾ ਦੇਣੇ ਨੇ, ਠੀਕ ਹੈ, ਮੰਗ ਘੱਟ ਹੈ, ਫਲਾਣੇ ਫਲਾਣੇ ਕਰਜ਼ੇ ਜਿਹੜੇ ਨੇ ਉਹ ਜ਼ਿਆਦਾ ਦੇਣੇ ਨੇ। ਕਿਉਂ? ਕਿਉਂਕਿ ਗੁਣਾਤਮਕ ਦੀ ਗੱਲ ਕਰਦੇ ਨੇ ਤਾਂ ਉਹ ਕਹੇਗਾ ਵੀ ਮੰਨ ਲਓ ਤੁਹਾਡੇ ਕੋਲੋਂ ਕੋਈ ਕਾਰ ਲੋਨ ਲੈਣਾ ਆ ਜਾਂਦਾ ਹੈ ਤਾਂ ਨਾ ਦਿਆ ਜੇ, ਕੋਈ ਘਰ ਬਣਾਉਣ ਵਾਸਤੇ ਲੋਨ ਲੈਣਾ ਆ ਜਾਂਦਾ ਹੈ ਨਾ ਦਿਆ ਜੇ, ਕੋਈ ਉਦਯੋਗ ਲਗਾਉਣ ਵਾਸਤੇ ਲੋਨ ਲੈਣਾ ਆ ਜਾਂਦਾ ਹੈ ਦੇ ਦਿਆ ਜੇ, ਕੋਈ ਖੇਤੀ ਵਾਸਤੇ ਲੋਨ ਲੈਣਾ ਆ ਜਾਂਦਾ ਹੈ ਦੇ ਦਿਆ ਜੇ, कोई एजुकेशन वास्ते लोन लेना आ जाता है दे दिया जे, मतलब कार वास्ते, घर वास्ते, मोटरसाइकिल वास्ते कर्जे लेना आ जाए तो ना दिया जे, खेती उद्योग सिक्ख्या वास्ते लेना आ जाए तो दे दिया जे। ठीक है जी, तो जिन्ना मंगे उन्ना दे दिया जे। मंग घट हैगी है, आपां मंग वधानी है, ठीक है, तो कर्जे दिओ। जे मान लो मंग हैगी है ज्यादा, उन्हें क्या देखो जी मंग पहले ही बहुत ज्यादा है, बैंकों को हदायत की जाती है भी कोई भी बैंक कर्जा नहीं देगा, यानी लोगों को पैसा नहीं पहुंचाएगा, लोगों के हाथ में पैसा नहीं आना चाहिए ताकि लोग की मांग ना कर सकन ते वध मांग की समस्या हल हो सके। केंद्रीय बैंक ने यानी कि भारत की गल करिए तो भारतीय रिजर्व बैंक ने ऑर्डर पास करता भी जे मांग वध है तो कर्जे घट देने ने, जे मांग घट है तो कर्जे ज्यादा देने। हुण जेड़े बैंक ने उनकी गल ना मन्नी की होएगा, उन्हां दे खिलाफ की होएगा प्रतक्ष कार्रवाई होएगी, फिर उन्हां दे खिलाफ डायरेक्ट एक्शन लिया जाएगा भी लै भी तैनूं क्या सी भी तू कर्जा ज्यादा देना है तू किवें नहीं दित्ता, या तैनूं क्या सी भी तू कर्जा घट देना है किवें नहीं दित्ता, तू केंद्रीय बैंक दे ऑर्डर मनन तो मना किवें कीता। तां जिन्ने भी बैंक ने इंडिया च भावें सरकारी ने भावें प्राइवेट ने जो मर्जी ने, सारे के सारे बैंक जिहड़े ने ना वो केंद्रीय बैंक दे यानी रिजर्व बैंक ऑफ इंडिया दे अंदर काम करते हैं, यानी उनके अधीन रह के काम करते हैं, उनके अंडर ने। ठीक है, हुण जे रिजर्व बैंक ने कोई ऑर्डर दिता तो बैंकों को ऑर्डर मनना पेगा, जेड़े बैंक उनका ऑर्डर ना मनणगे उन्हां दे खिलाफ कार्रवाई होएगी, उन्हां दा लाइसेंस कैंसिल किया जा सकता है, उन्हां ते जुर्माने लाए जा सकते हैं, उन्हां नूं बंद किया जा सकता है, कुछ मर्जी हो सकता है। तां ये भी एक तरह का उपकरण है जिनके द्वारा जिहड़ा अपना रिजर्व बैंक ऑफ इंडिया है या किसी भी देश का केंद्रीय बैंक है वो बैंकों को कर्जे ज्यादा दवा सकता है जदों मंग घट होवे ते कर्जे घट दवा सकता है जदों मंग ज्यादा होवे। उन्हां नूं इह कह के भी जेकर तुसीं घट मंग दे विच कर्जे ज्यादा ना दित्ते या वध मंग दे विच कर्जे घट ना दित्ते तां तुहाडे खिलाफ की करांगे, प्रतक्ष कार्रवाई करांगे, तुहाडा लाइसेंस कैंसिल करांगे, तुहाडी जेहड़ी ब्रांचेस नूं बंद करांगे, तुहाडे ते जुर्माने लावांगे। तां इह करके भी जिहड़ा है वो प्रतक्ष कार्रवाई करके भी वध मंग ते घट मंग दी जिहड़ी समस्या है उहनूं हल कीता जा सकदा है। पर आम तौर ते ना इह जिहड़ी प्रतक्ष कार्रवाई है इह हुंदी नहीं, बहुत रेयर केस ने भी जदों एक केंद्रीय बैंक जिहड़ा है
ਦੇ ਖਿਲਾਫ ਕਾਰਵਾਈ ਕਰੇਗਾ। ਐਕਚੁਅਲੀ ਉਹ ਕੀ ਕਰਦਾ ਹੈ, ਉਹ ਪ੍ਰਤੱਖ ਕਾਰਵਾਈ ਦੀ ਥਾਂ ਤੇ ਆ ਜਿਹੜਾ ਨੈਤਿਕ ਪ੍ਰਭਾਵ ਹੈ ਨਾ ਇਹਨੂੰ ਯੂਜ਼ ਕਰਦਾ ਹੈ। ਹੁਣ ਨੈਤਿਕ ਪ੍ਰਭਾਵ ਕੀ ਹੈ, ਇਹਨੂੰ ਕਿਹਾ ਜਾਂਦਾ ਹੈ ਮੋਰਲ ਸੁਏਸ਼ਨ। ਮੋਰਲ ਸੁਏਸ਼ਨ ਚ ਕੀ ਹੁੰਦਾ ਹੈ ਜਾਂ ਨੈਤਿਕ ਪ੍ਰਭਾਵ ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜਾ ਕੇਂਦਰੀ ਬੈਂਕ ਹੈ ਉਹ ਜਿਹੜੇ ਆਪਦੇ ਵਪਾਰਕ ਬੈਂਕ ਨੇ ਉਹਨਾਂ ਨੂੰ ਨਾ ਰਿਕੁਐਸਟ ਕਰਦਾ ਹੈ ਕਿ ਪਲੀਜ਼ ਮੰਗ ਘੱਟ ਹੈ, ਆਪਾਂ ਮੰਗ ਵਧਾਣੀ ਹੈ ਤਾਂ ਕੀ ਕਰੋ ਪਲੀਜ਼, ਮਿੰਨਤ ਵਾਲੀ ਗੱਲ ਹੈ ਵੀ ਕਰਜ਼ੇ ਨਾ ਜਿਹੜੇ ਥੋੜੇ ਜ਼ਿਆਦਾ ਦੇਣੇ ਸ਼ੁਰੂ ਕਰ ਦਿਓ ਤਾਂ ਕਿ ਜਿਹੜੀ ਘੱਟ ਮੰਗ ਦੀ ਸਮੱਸਿਆ ਹੈ ਆਪਾਂ ਉਹਨੂੰ ਹੱਲ ਕਰ ਸਕੀਏ। ਜਾਂ ਉਹ ਕਹੇਗਾ ਭਈਆ ਪਲੀਜ਼ ਰਿਕੁਐਸਟ ਹੈ ਮੰਗ ਜ਼ਿਆਦਾ ਹੈ ਤਾਂ ਤੁਸੀਂ ਨਾ ਕਰਜ਼ੇ ਘੱਟ ਦਿਆ ਜੇ, ਇਹ ਨਾ ਹੋਵੇ ਵੀ ਕਰਜ਼ੇ ਤੁਸੀਂ ਜ਼ਿਆਦਾ ਦੇ ਬੈਠੋ, ਠੀਕ ਹੈ, ਉਹਨਾਂ ਨਾਲ ਪੈਸਾ ਲੋਕਾਂ ਕੋਲ ਪਹੁੰਚ ਜਾਵੇ, ਲੋਕੀ ਮੰਗ ਕਰਨ, ਵੱਧ ਮੰਗ ਜਿਹੜੀ ਹੈ ਹੋਰ ਜ਼ਿਆਦਾ ਵੱਧ ਜਾਵੇ ਤਾਂ ਆਪਾਂ ਨੂੰ ਮੁਸੀਬਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇ। ਤਾਂ ਰਿਕੁਐਸਟ ਹੈ, ਬੇਨਤੀ ਹੈ, ਹੱਥ ਜੋੜ ਕੇ ਤੁਹਾਡੀ ਮਿੰਨਤ ਹੈ ਵੀ ਕੀ ਕਰਨਾ ਹੈ, ਵੱਧ ਮੰਗ ਹੈਗੀ ਹੈ ਤਾਂ ਕਰਜ਼ੇ ਘੱਟ ਦੇਣੇ ਨੇ, ਘੱਟ ਮੰਗ ਹੈ ਤਾਂ ਕਰਜ਼ੇ ਵੱਧ ਦੇਣੇ ਨੇ। ਯਾਨੀ ਹੁਣ ਕੀ ਕਰ ਰਿਹਾ ਹੈ, ਪਲੀਜ਼ ਰਿਕੁਐਸਟ, ਮਿੰਨਤ, ਬੇਨਤੀ ਉਹ ਕਰਦਾ ਪਿਆ, ਇਹ ਕਰਕੇ ਆਦੀ ਗੱਲ ਮਨਵਾ ਲੈਂਦਾ ਹੈ। ਹੁਣ ਆਪਾਂ ਨੂੰ ਲੱਗ ਰਿਹਾ ਹੈ ਵੀ ਕੇਂਦਰੀ ਬੈਂਕ ਕੀ ਕਰ ਰਿਹਾ ਹੈ, ਰਿਕੁਐਸਟ ਕਰ ਰਿਹਾ ਹੈ, ਮਿੰਨਤ ਕਰ ਰਿਹਾ ਹੈ, ਪਰ ਉਹਦੀ ਮਿੰਨਤ ਦੇ ਵਿੱਚ ਵੀ ਉਹਦਾ ਆਰਡਰ ਹੁੰਦਾ ਹੈ। ਜਿਵੇਂ ਮੰਨ ਲਓ ਵੀ ਤੁਹਾਡੇ ਸਕੂਲ ਦੇ ਸਰ ਕਹਿੰਦੇ ਵੀ ਲੈ ਵੀ ਸਵੇਰੇ ਬੱਚਿਓ ਸਵੇਰੇ ਨਾ ਆਪਾਂ ਐਕਸਟਰਾ ਕਲਾਸ ਲਾਣੀ ਹੈ ਤਾਂ ਸਵੇਰੇ ਨਾ ਪਲੀਜ਼ ਰਿਕੁਐਸਟ ਹੈ ਵੀ ਸਾਰੇ ਨਾ ਅੱਧਾ ਘੰਟਾ ਪਹਿਲਾਂ ਆ ਜਾਇਆ ਜੇ। ਹੁਣ ਇਹਦਾ ਇਹ ਨਾ ਮਤਲਬ ਸਮਝਿਆ ਜੇ ਵੀ ਤੁਹਾਡੇ ਸਰ ਤੁਹਾਨੂੰ ਰਿਕੁਐਸਟ ਕਰ ਰਹੇ ਨੇ, ਸਰ ਤੁਹਾਨੂੰ ਪਲੀਜ਼ ਕਹਿ ਰਹੇ ਨੇ, ਇਹਦਾ ਮਤਲਬ ਹੈ ਵੀ ਸਵੇਰੇ ਆਣਾ ਹੈ ਅੱਧਾ ਘੰਟਾ ਪਹਿਲਾਂ, ਜੇ ਨਾ ਆਏ ਤਾਂ ਫਿਰ ਕੀ ਹੋਏਗਾ, ਪ੍ਰਤੱਖ ਕਾਰਵਾਈ ਹੋਏਗੀ। ਯਾਨੀ ਫਿਰ ਜਿਹੜਾ ਤੁਹਾਨੂੰ ਸਕੂਲੋਂ ਵੀ ਕੱਢਾਂਗੇ, ਫਿਰ ਤੁਹਾਨੂੰ ਸਜ਼ਾ ਵੀ ਦੇਵਾਂਗੇ। ਤਾਂ ਨੈਤਿਕ ਪ੍ਰਭਾਵ ਕੀ ਹੈ, ਇੱਕ ਤਰ੍ਹਾਂ ਦਾ ਪਲੀਜ਼ ਹੈ, ਗੱਲ ਮਿੰਨਤ ਵਾਲੀ ਹੈ, ਪਰ ਉਹ ਮਿੰਨਤ ਦੇ ਵਿੱਚ ਕੀ ਹੈ, ਇੱਕ ਤਰ੍ਹਾਂ ਦਾ ਆਰਡਰ ਜਿਹੜਾ ਹੈ ਉਹ ਛੁਪਿਆ ਹੋਇਆ ਹੈ। ਮਤਲਬ ਆਮ ਤੌਰ ਤੇ ਪ੍ਰਤੱਖ ਕਾਰਵਾਈ ਨਹੀਂ ਕਰਦਾ, ਬੈਂਕਾਂ ਨੂੰ ਪਤਾ ਹੈ ਵੀ ਰਿਜ਼ਰਵ ਬੈਂਕ ਜਿਹੜਾ ਹੈ ਉਹ ਪਲੀਜ਼ ਕਹਿੰਦਾ ਪਿਆ, ਪਹਿਲਾਂ ਤਾਂ ਪਲੀਜ਼ ਹੀ ਕਹੇਗਾ, ਪਿਆਰ ਨਾਲ ਗੱਲ ਕਰੇਗਾ, ਮਿੰਨਤ ਕਰੇਗਾ, ਰਿਕੁਐਸਟ ਕਰੇਗਾ, ਮੰਨਣਾ ਸਾਨੂੰ ਪੈਣਾ ਹੀ ਹੈ, ਜੇ ਨਾ ਮੰਨੇ ਕੀ ਕਰੇਗਾ, ਪ੍ਰਤੱਖ ਕਾਰਵਾਈ ਕਰੇਗਾ। ਬੈਟਰ ਹੈ ਕਿ ਇਹਦੀ ਪਲੀਜ਼ ਤੇ ਇਹਦੇ ਰਿਕੁਐਸਟ ਤੇ ਜਿਹੜਾ ਹੈ ਉਹ ਅਸੀਂ ਮੰਨ ਜਾਈਏ। ਤਾਂ ਨੈਤਿਕ ਪ੍ਰਭਾਵ ਪਾ ਕੇ ਵੀ ਜਿਹੜਾ ਕੇਂਦਰੀ ਬੈਂਕ ਹੈ ਉਹ ਆਪਣੀ ਮੌਦਰਿਕ ਨੀਤੀ ਨੂੰ ਲਾਗੂ ਕਰਾ ਲੈਂਦਾ ਹੈ, ਵੱਧ ਮੰਗ ਤੇ ਘੱਟ ਮੰਗ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਕਰਾ ਲੈਂਦਾ ਹੈ। ਤਾਂ ਇਹ ਸਾਰੇ ਜਿਹੜੇ ਨੇ ਉਹ ਕੀ ਨੇ, ਉਹ ਉਪਕਰਨ ਨੇ ਕਿਸ ਚੀਜ਼ ਦੇ, ਮੌਦਰਿਕ ਨੀਤੀ ਦੇ, ਜਿਨ੍ਹਾਂ ਦੁਆਰਾ ਘੱਟ ਮੰਗ ਤੇ ਵੱਧ ਮੰਗ ਦੀ ਸਮੱਸਿਆ ਨੂੰ ਆਪਾਂ ਹੱਲ ਕਰਾ ਸਕਦੇ ਹਾਂ। ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਸਮਝ ਆਇਆ ਹੋਵੇਗਾ, ਅੱਛਾ ਲੱਗਿਆ ਹੋਵੇਗਾ। ਤਾਂ ਅਗਰ ਕੋਈ ਡਾਊਟ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਪਾ ਦਿਆ ਜੇ। ਤਾਂ ਜੇਕਰ ਇਹ ਅੱਛਾ ਲੱਗਿਆ ਤਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤਾਂ ਕਿ ਦੂਜੇ ਲੋਕਾਂ ਤੱਕ ਵੀ ਲੈਕਚਰ ਜਿਹੜੇ ਆਪਾਂ ਪਹੁੰਚਾ ਸਕੀਏ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ ਵੈਰੀ ਮਚ।